ਸਰਪੰਚ ਸੁਖਜੀਤ ਸਿੰਘ ਜੀ ਸ੍ਰੀ ਭੈਣੀ ਸਾਹਿਬ ਤੋਂ ਆਪਣੇ ਵਿਚਾਰ ਪੇਸ਼ ਕਰਨ। ਨਾਮਧਾਰੀ ਇਤਿਹਾਸ ਤੇ ਜੇ ਪਿਛਲ ਝਾਤ ਮਾਰੀਏ ਤਾਂ ਸਤਿਗੁਰੂ ਰਾਮ ਸਿੰਘ ਜੀ ਦੇ ਸਾਹਮਣੇ ਦੋ ਵੱਡੇ ਕਾਰਜ ਸੀ, ਦੇਸ਼ ਦੀ ਆਜ਼ਾਦੀ ਤੇ ਸਿੱਖੀ ਦੀ ਪੁਨਰ ਸਿਰਜਣਾ। ਤੇ ਮੈਂ ਸਮਝਦਾ ਕਿ ਉਸ ਤੋਂ ਬਾਅਦ ਸਤਿਗੁਰੂ ਹਰੀ ਸਿੰਘ ਜੀ ਦੇ ਸਾਹਮਣੇ ਵੀ ਦੋ ਵੱਡੇ ਕਾਰਜ ਸੀ। ਹਕੂਮਤ ਦਾ ਜ਼ਬਰ ਜ਼ੁਲਮ ਜਿਹੜਾ ਸੀ ਉਹਨੂੰ ਸਹਿ ਕੇ ਸਿੱਖੀ ਨੂੰ ਹਰੀ ਰੱਖਣਾ ਤੇ ਅਕਾਲ ਪੀੜਤਾਂ ਦੀ ਮਦਦ ਕਰਨੀ। ਇਹ ਕੰਮ ਬੜੀ ਨਿਪੁੰਨਤਾ ਨਾਲ ਸਿਰੇ ਚੜ੍ਹਦੇ ਗਏ। ਤੁਸੀਂ ਜਾਣਦੇ ਹੋ ਕਿ ਬਗਾਵਤ ਕਰਨੀ ਬੜੀ ਸੌਖੀ ਹੈ ਤੇ ਉਹਦੇ ਨਤੀਜੇ ਭੁਗਤਣੇ ਬੜੇ ਔਖੇ ਨੇ। ਉਹ ਨਤੀਜੇ ਸਾਨੂੰ ਭੁਗਤਣੇ ਪਏ। ਕਾਫੀ ਕੁਝ ਸਾਡਾ ਢਹਿ ਢੇਰੀ ਹੋ ਗਿਆ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਾਹਮਣੇ ਜਿਹੜੇ ਕਾਰਜ ਸੀ ਉਹਨਾਂ ਦੇ ਵਿੱਚ ਉਸਾਰਨਾ, ਭਾਵੇਂ ਕਿ ਜ਼ੁਲਮ ਜ਼ਬਰ ਉਦੋਂ ਵੀ ਉਨਾ ਹੀ ਸੀ, ਉਹਨੂੰ ਵੀ ਨਾਲ ਦੀ ਨਾਲ ਸਹਿਣਾ ਵੀ ਤੇ ਖ਼ਤਮ ਵੀ ਕਰਨਾ ਜਿਹੜਾ ਉਹਨਾਂ ਦੇ ਦੌਰ 'ਚ ਹੋਇਆ। ਤੇ ਫਿਰ ਇੱਕ ਅਚਾਨਕ ਆਈ ਮੁਸੀਬਤ ਕਿ ਪਾਕਿਸਤਾਨ ਤੋਂ ਉੱਜੜ ਕੇ ਆਏ ਜਿਹੜੇ ਸਿੱਖ ਸੀ ਉਹਨਾਂ ਨੂੰ ਪੁੱਤਾਂ ਵਾਂਗੂ ਵਸਾਉਣਾ, ਭਾਵੇਂ ਕਿ ਬਾਅਦ ਦੇ ਵਿੱਚ ਉਹਨਾਂ ਦੇ ਵਿੱਚੋਂ ਹੀ ਕੁਝ ਕੁ ਦੇ ਹੱਥੋਂ, ਸਿਰਫਿਰਿਆਂ ਦੇ ਹੱਥੋਂ ਕੁਝ ਕੇਸਾਂ 'ਚ ਵੀ ਉਲਝ ਜਾਣਾ। ਤੇ ਆਜ਼ਾਦੀ ਭਾਵੇਂ ਸਾਨੂੰ ਮਿਲ ਗਈ ਸੀ ਤੇ ਗਊ ਹੱਤਿਆ ਵਾਲੀ ਜਿਹੜੀ ਗੱਲ ਸੀ ਉਹ ਅਜੇ ਉੱਥੋਂ ਦੀ ਉੱਥੇ ਉਵੇਂ ਚੱਲਦੀ ਸੀ, ਉਹਦਾ ਵੀ ਵਿਰੋਧ ਕਰਨਾ ਤੇ ਹੋਰ ਬਹੁਤ ਸਾਰੀਆਂ ਗੱਲਾਂ ਦੇ ਨਾਲ ਨਾਲ ਖੈਰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਪਣੀਆਂ ਪ੍ਰਾਪਤੀਆਂ ਤੇ ਸੰਭਾਵਨਾਵਾਂ ਤੇ ਚੁਣੌਤੀਆਂ ਜਿਹੜੀਆਂ ਸੀ ਉਹ ਸਾਰੀਆਂ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਸੌਂਪ ਦਿੱਤੀਆਂ। ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਮਣੇ ਇੰਨੀਆਂ ਗੱਲਾਂ ਆ ਗਈਆਂ ਕਿਉਂਕਿ ਸਮਾਂ ਬੜੀ ਤੇਜ਼ੀ ਨਾਲ ਬਦਲ ਰਿਹਾ ਸੀ ਤੇ ਬਦਲ ਰਹੇ ਸਮੇਂ ਦੇ ਵਿੱਚ, ਬਦਲ ਰਹੀਆਂ ਪਰਿਸਥਿਤੀਆਂ ਦੇ ਵਿੱਚ ਤੇ ਉਸ ਵੇਲੇ ਪੰਥ ਦੀ ਡਾਵਾਂਡੋਲ ਹਾਲਤ ਦੇ ਵਿੱਚ ਕਿੰਨੇ ਸਾਰੇ ਉਹ ਕੇਸ ਸਨ ਜਿਹੜੇ ਸਾਹਮਣੇ ਸਨ ਤੇ ਕਿੰਨੀਆਂ ਉਹ ਗੱਲਾਂ ਸੀ ਜਿਹੜੀਆਂ ਸਾਡੇ ਕੋਲੇ ਨਹੀਂ ਸੀਗੀਆਂ। ਜਿਵੇਂ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਅਸਥਾਨ ਹੀ ਸਾਡੇ ਕੋਲੇ ਨਹੀਂ ਸੀ ਤੇ ਸਾਡੇ ਕੋਲ ਸਾਡੀਆਂ ਜਿਹੜੇ ਸ਼ਹੀਦ ਸੀ ਉਹਨਾਂ ਦੀਆਂ ਯਾਦਗਾਰਾਂ ਹੀ ਸਾਡੇ ਕੋਲ ਨਹੀਂ ਸੀਗੀਆਂ, ਜਿਹੜੀਆਂ ਸਾਡੇ ਵਾਸਤੇ ਬੜੀਆਂ ਚੁਣੌਤੀਆਂ ਸੀ ਤੇ ਜਿਨ੍ਹਾਂ ਨੂੰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਵਸਾਇਆ ਸੀ। ਉਹਨਾਂ ਦੀ ਸਾਂਭ ਸੰਭਾਲ, ਉਹਨਾਂ ਦੀ ਪਰਵਰਿਸ਼ ਦਾ ਬੜਾ ਵੱਡਾ ਮਸਲਾ ਸੀਗਾ ਜਿਹੜਾ ਸਤਿਗੁਰੂ ਦੇ ਸਾਹਮਣੇ ਸੀਗਾ। ਇਹ ਗੱਲਾਂ ਮੈਂ ਇਹ ਤੇ ਨਹੀਂ ਕਹੂੰਗਾ ਕਿ ਹੁੰਦੀਆਂ ਗਈਆਂ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ, ਮੈਂ ਇਹਦੇ ਵਿਸਤਾਰ 'ਚ ਨਹੀਂ ਜਾਣਾ। ਇਹਦੇ ਨਾਲ ਨਾਮਧਾਰੀ ਪੰਥ ਨੂੰ ਬਦਲਦੇ ਸਮੇਂ ਦੇ ਵਿੱਚ ਹਰ ਖੇਤਰ 'ਚ, ਜਿਹਦੇ ਵਿੱਚ ਰਾਜਨੀਤਿਕ, ਸਮਾਜਿਕ ਤੇ ਆਰਥਿਕ ਹਾਲਤਾਂ ਵੀ ਸੀ ਤੇ ਜਿਹੜੇ ਸਾਡੀਆਂ ਸੂਖਮ ਕਲਾਵਾਂ ਨੇ, ਕਲਾਤਮਕ, ਸੰਗੀਤਕ ਜਾਂ ਸਾਹਿਤਕ ਜਿੰਨੀਆਂ ਵੀ ਸੀ, ਉਹਦੇ ਬਰਾਬਰ ਲਿਆ ਕੇ ਸਮਾਜ ਦੇ ਪ੍ਰਪੇਖ ਦੇ ਵਿੱਚ ਰੱਖ ਦੇਣਾ, ਸਾਹਮਣੇ ਖੜਾਉਣਾ, ਇਹ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਨਾਲ ਹੀ ਹੁੰਦਾ ਗਿਆ ਸਾਰਾ ਕੁਝ। ਉਹ ਮਸਲੇ ਵੀ ਹੱਲ ਹੁੰਦੇ ਗਏ। ਇਹਨਾਂ ਗੱਲਾਂ ਦੇ ਨਾਲ ਮੈਂ ਆਊਂਗਾ ਭੈਣੀ ਸਾਹਿਬ ਵੱਲ। ਭੈਣੀ ਸਾਹਿਬ ਜਿਹੜਾ ਸਾਡਾ ਰਾਮਸਰ ਦਾ ਇਲਾਕਾ ਹੈ, ਉਸ ਤੋਂ ਬਿਨਾਂ ਇੱਕ ਪਿੰਡ ਵੀ ਵਸਦਾ ਹੈ। ਇੱਕ ਪਿੰਡ ਵਸਦਾ ਹੈ ਰਾਈਆਂ। ਹੰਸਪਾਲ ਜੀ ਤੇ ਸੁਰਿੰਦਰ ਸਿੰਘ ਜੀ ਇੱਥੇ ਬੈਠੇ ਨੇ। ਇਹ ਦੋਵੇਂ ਪਿੰਡਾਂ ਦਾ ਇਸ ਵੇਲੇ ਸਤਿਗੁਰੂ ਜੀ ਦੀ ਕਿਰਪਾ ਨਾਲ ਸ੍ਰੀ ਭੈਣੀ ਸਾਹਿਬ ਰਾਈਆਂ ਦਾ ਇੱਕ ਡਿਵੈਲਪਮੈਂਟ ਬੋਰਡ ਬਣਿਆ ਹੈ, ਜਿਹੜੀ ਕਿ ਬਹੁਤ ਵੱਡੀ ਪ੍ਰਾਪਤੀ ਹੈ। ਇਹ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਨਾਲ ਹੋਈ ਹੈ। ਇਸ ਪ੍ਰਾਪਤੀ ਤੋਂ ਪਹਿਲਾਂ ਭੈਣੀ ਸਾਹਿਬ ਦੇ ਵਿੱਚ ਇੱਕ ਉਹ ਸੁਮੇਲ ਹੈ ਦੋ ਚੀਜ਼ਾਂ ਦਾ, ਜਿਹਦੇ ਵਿੱਚ ਅਧਿਆਤਮਕ ਤੇ ਧਾਰਮਿਕ ਤੌਰ ਤੇ ਜਿੱਥੇ ਰਹਿ ਕੇ ਆਨੰਦ ਮਿਲਦਾ ਹੈ ਉਹ ਤਾਂ ਭੈਣੀ ਸਾਹਿਬ ਦੇ ਵਿੱਚ ਹੈ ਹੀ ਹੈ। ਇੱਕ ਸਵਰਗ ਦਾ ਨਜ਼ਾਰਾ, ਸ਼ੁੱਧ ਵਾਤਾਵਰਨ, ਉਹਦੇ ਨਾਲ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਜਿਹੜੀਆਂ ਲੋੜਾਂ ਨੇ, ਵਿਗਿਆਨਕ ਲੋੜਾਂ, ਉਹ ਵੀ ਸਾਨੂੰ ਜਿਹੜੀਆਂ ਸਿਰਫ ਸ਼ਹਿਰਾਂ 'ਚ ਮਿਲ ਸਕਦੀਆਂ ਨੇ, ਉਹ ਭੈਣੀ ਸਾਹਿਬ ਦੇ ਵਿੱਚ ਪ੍ਰਾਪਤ ਨੇ ਭੈਣੀ ਸਾਹਿਬ ਦੇ ਲੋਕਾਂ ਨੂੰ। ਚਾਹੇ ਉਹ ਬਿਜਲੀ ਵਾਲੀ ਗੱਲ ਹੈ, ਬਿਜਲੀ ਦਾ ਕੱਟ ਲੁਧਿਆਣੇ ਤਾਂ ਲੱਗ ਸਕਦਾ ਹੈ ਪਰ ਭੈਣੀ ਸਾਹਿਬ ਨਹੀਂ। ਚਾਹੇ ਉਹ ਟੈਲੀਫੋਨ ਦੀ ਗੱਲ ਹੈ ਜਿਹਦਾ ਜਾਲ ਵਿਛਿਆ ਹੋਇਆ ਹੈ, ਇਸ ਗੱਲ ਦਾ ਮਾਣ ਹੈ ਭੈਣੀ ਸਾਹਿਬ ਨੂੰ। ਤੇ ਬਈ ਪਿੰਡਾਂ ਦੀ ਜਿਹੜੀ ਪਹਿਲੀ ਇਲੈਕਟ੍ਰੋਨਿਕ ਐਕਸਚੇਂਜ ਸੀ ਉਹ ਭੈਣੀ ਸਾਹਿਬ ਦੇ ਵਿੱਚ ਲੱਗੀ। ਇਸੇ ਭੈਣੀ ਸਾਹਿਬ ਦੇ ਵਿੱਚ ਸਾਡੇ ਕੋਲ ਇੱਕ ਬਹੁਤ ਵੱਡਾ ਵਾਟਰ ਵਰਕਸ ਉਸਰ ਰਿਹਾ ਹੈ, ਗੋਬਰ ਗੈਸ ਪਲਾਂਟ ਹੈ ਜਿਹੜਾ ਬਹੁਤ ਵੱਡਾ, ਤੇ ਸਾਡਾ ਜਿਹੜਾ ਸਕੂਲ ਹੈ ਇੱਥੋਂ ਦਾ ਉਹ 10+2 ਹੋ ਗਿਆ ਹੈ। ਭੈਣੀ ਸਾਹਿਬ ਦੇ ਵਿੱਚ ਹੀ ਸੀਵਰੇਜ ਸਿਸਟਮ ਜਿਹੜਾ ਹੈ ਭੈਣੀ ਸਾਹਿਬ ਦੇ ਵਿੱਚ ਉਹਦੀ ਉਸਾਰੀ ਹੋ ਰਹੀ ਹੈ। ਇੰਨਾ ਕੁਝ ਜਿਹੜਾ ਕਿ ਸਿਰਫ ਇੱਕ ਕਿਸੇ ਬਹੁਤ ਵੱਡੇ ਸ਼ਹਿਰ ਦੇ ਵਿੱਚ ਹੀ ਮੁਮਕਿਨ ਹੋ ਸਕਦਾ ਹੈ, ਭੈਣੀ ਸਾਹਿਬ ਦੇ ਵਿੱਚ ਕਰ ਦੇਣਾ। ਬਾਕੀ ਸਾਰੀਆਂ ਗੱਲਾਂ ਦੇ ਨਾਲ ਨਾਲ ਇਹ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਸਦਕਾ ਹੀ ਹੈ। ਇੱਕ ਗੱਲ ਹੋਰ ਮੈਂ ਭੈਣੀ ਸਾਹਿਬ ਦੇ ਬਿੰਬ ਬਾਰੇ ਕਰਨੀ ਚਾਹੂੰਗਾ ਕਿ ਭਾਵੇਂ ਕਿ ਭੈਣੀ ਸਾਹਿਬ ਨੂੰ ਸਤਿਗੁਰੂ ਰਾਮ ਸਿੰਘ ਜੀ ਤੇ ਉਸ ਤੋਂ ਬਾਅਦ ਦੇ ਗੁਰੂ ਸਾਹਿਬਾਨ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਇੱਕ ਬਹੁਤ ਉੱਚ ਪੱਧਰ ਦਾ ਤੇ ਇੱਕ ਬੜਾ ਹੀ ਇਤਿਹਾਸਕ ਪਿੰਡ ਬਣਾ ਦਿੱਤਾ ਸੀ, ਪਰ ਇੱਥੋਂ ਦੇ ਆਲੇ ਦੁਆਲੇ ਦੇ ਕੁਝ ਪਿੰਡ, ਕਿਉਂਕਿ ਇਹਨਾਂ ਪਿੰਡਾਂ ਦੀ ਇੱਕ ਆਪਣੀ ਮਾਨਸਿਕਤਾ ਹੈ, ਇਹ ਆਪਣੇ ਆਪ ਨੂੰ ਇੱਕ ਬਹੁਤ ਵੱਡੇ ਉੱਚੇ ਗੋਤਾਂ ਦੇ ਸਮਝਦੇ ਨੇ ਤੇ ਬਹੁਤ ਪੁਰਾਣੇ ਸਮੇਂ ਤੋਂ ਭੈਣੀ ਸਾਹਿਬ ਦੇ ਲੋਕਾਂ ਨੂੰ ਇਹ ਲੋਕ ਉਹਨੇ ਉੱਚੇ ਨਹੀਂ ਸੀ ਸਮਝਦੇ। ਇੱਕ ਨਿੱਕੀ ਜਿਹੀ ਘਟਨਾ ਕਿ ਬਹੁਤ ਚਿਰ ਪਹਿਲਾਂ ਕੋਈ ਕਟਾਣੀ ਦੀ ਕੁੜੀ ਕਿਸੇ ਭੈਣੀ ਸਾਹਿਬ ਪਿੰਡ ਦੇ ਮੁੰਡੇ ਨਾਲ ਵਿਆਹ ਕਰਨਾ ਚਾਹੁੰਦੀ ਸੀ ਤੇ ਇੱਥੋਂ ਦੇ ਆਲੇ ਦੁਆਲੇ ਦੇ ਪਿੰਡਾਂ ਨੇ ਇਕੱਠੇ ਹੋ ਕੇ ਡਾਂਗਾਂ ਨਾਲ ਇਸ ਗੱਲ ਦਾ ਵਿਰੋਧ ਕੀਤਾ ਕਿ ਇਹ ਕੁੜੀ ਭੈਣੀ ਨਹੀਂ ਵਿਆਹੀ ਜਾ ਸਕਦੀ, ਕਿਉਂਕਿ ਭੈਣੀ ਦੇ ਜਿਹੜੇ ਲੋਕ ਨੇ, ਇਹ ਗੱਲ ਗੈਰ ਨਾਮਧਾਰੀਆਂ ਦੀ ਹੈ, ਉਹਨਾਂ ਨੂੰ ਪਤਾ ਨਹੀਂ ਕਿਵੇਂ ਸਮਝਦੇ ਨੇ, ਚਾਹੇ ਉਹ ਜੱਟ ਨੇ, ਉਹ ਸਾਡੇ ਬਰਾਬਰ ਨਹੀਂ ਆਉਂਦੇ। ਅੱਜ ਸਤਿਗੁਰੂ ਜੀ ਦੀ ਕਿਰਪਾ ਨਾਲ ਹਾਲ ਇਹ ਹੈ
ਵੀ ਉਹ ਆਪਦੇ ਆਪ ਨੂੰ ਉੱਚੇ ਸੁੱਚੇ ਸਮਝਣ ਵਾਲੇ, ਉਹ ਬਹੁਤ ਵੱਡੇ ਲੋਕ ਆਪਣੇ ਸਾਰੀਆਂ ਸਮੱਸਿਆਵਾਂ, ਆਪਣੇ ਸਾਰੇ ਮਸਲੇ, ਆਪਣੇ ਸਾਰੇ ਫੈਸਲੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿੱਚ ਲੈ ਕੇ ਆਉਂਦੇ ਨੇ। ਇੱਥੇ ਰਹਿਣ ਵਾਲੇ ਸੱਜਣ ਉਹ ਜਾਣਦੇ ਨੇ, ਇਸ ਗੱਲ ਦੇ ਉਹ ਗਵਾਹ ਨੇ ਕਿ ਉਹ ਫੈਸਲੇ ਜਿਹੜੇ ਅਦਾਲਤਾਂ ਨਹੀਂ ਕਰ ਸਕਦੀਆਂ ਉਹਨਾਂ ਦੇ, ਉਹ ਫੈਸਲੇ ਜਿਹੜੇ ਥਾਣਿਆਂ ਤੋਂ ਨਹੀਂ ਮੁੱਕਦੇ, ਜਿਹੜੇ ਬਹੁਤ ਸਾਰੀਆਂ ਪੰਚਾਇਤਾਂ ਇਕੱਠੇ ਹੋ ਕੇ ਨਹੀਂ ਮੁਕਾ ਸਕਦੀਆਂ, ਉਹਦੇ ਇਨਸਾਫ ਵਾਸਤੇ, ਉਹਦੇ ਨਿਆਂ ਵਾਸਤੇ ਉਹ ਸਤਿਗੁਰੂ ਦੀ ਚਰਨੀ ਆਉਂਦੇ ਨੇ ਔਰ ਇਨਸਾਫ ਲੈ ਕੇ ਜਾਂਦੇ ਨੇ। ਅਗਲੀ ਗੱਲ ਅੱਜ ਹੀ ਦੱਸੀ ਹੈ ਸੁਰਿੰਦਰ ਸਿੰਘ ਜੀ ਉਹਨਾਂ ਨੇ ਕਿ ਜਿਹੜੀ ਕਿ ਮੈਂ ਸਮਝਦਾ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ। ਸਾਨੂੰ ਸ਼ਰਾਬ, ਮੀਟ, ਤੰਬਾਕੂ ਨੂੰ ਅਸੀਂ ਬੜਾ ਜ਼ੋਰ ਲਾਉਂਦੇ ਹਾਂ ਕਿ ਕਿਤੇ ਵੀ ਨਾ ਹੋਵੇ, ਪਰ ਘੱਟ ਤੋਂ ਘੱਟ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਤੇ ਹੋਵੇ ਹੀ ਨਾ। ਤੇ ਸਾਡੇ ਦੋਵੇਂ ਹੀ ਪਿੰਡ ਸ੍ਰੀ ਭੈਣੀ ਸਾਹਿਬ ਤੇ ਰਾਈਆਂ ਨੂੰ ਸਰਕਾਰ ਪਵਿੱਤਰ ਪਿੰਡ ਕਰਾਰ ਦੇਣ ਜਾ ਰਹੀ ਹੈ, ਜਿਹੜੀ ਮੈਂ ਸਮਝਦਾ ਕਿ ਸਾਡੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਇਹ ਸਤਿਗੁਰੂ ਇਤਿਹਾਸਕ ਦੇਤ ਹੈ। ਪਵਿੱਤਰ ਪਿੰਡ, ਮੈਂ ਕਿਹਾ ਪਵਿੱਤਰ ਪਿੰਡ ਜਿਹੜੀ ਆ ਉਹ ਕਰਾਰ ਦੇਣ ਜਾ ਰਹੀ ਹੈ। ਇਹ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਸਦਕਾ ਹੀ ਹੋਇਆ ਹੈ। ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਡਿਵੈਲਪਮੈਂਟ ਦੀਆਂ ਉਹ ਹੋ ਰਹੀਆਂ ਨੇ, ਕੀਤੀਆਂ ਜਾ ਸਕਦੀਆਂ ਨੇ। ਤੇ ਸਮਾਂ ਦੱਸੇ ਨਹੀਂ, ਮੈਂ ਤਾਂ ਸਿਰਫ ਜੀ ਐਸਾ ਸਰੋਤਾ ਵਾਂ ਵੀ ਮੈਨੂੰ ਕੁਝ ਸੱਜਣਾ ਨੇ ਜਿਨ੍ਹਾਂ 'ਚ ਸਰਦਾਰ ਹਰਭਜਨ ਸਿੰਘ ਨੇ, ਉਹਨਾਂ ਨੇ ਲਿਖਿਆ ਮੈਨੂੰ ਕਿ ਮੈਂ ਆਪਣੀ ਇਸ ਲਿਖਤ ਵਿੱਚ ਸਰਦਾਰ ਹਰਭਜਨ ਸਿੰਘ ਜੀ ਸ਼ਾਇਦ ਉਹ ਲੁਧਿਆਣੇ ਦੇ ਹੋਣਗੇ, ਉਹਨਾਂ ਨੇ ਲਿਖਿਆ ਮੈਨੂੰ ਕਿ ਮੈਂ ਆਪਣੀ ਇਸ ਲਿਖਤ ਵਿੱਚ ਸਰਦਾਰ ਸੁਰਿੰਦਰ ਸਿੰਘ ਹੋਰਾਂ ਦਾ ਜ਼ਰੂਰ ਜ਼ਿਕਰ ਕਰਾਂ, ਜਿਨ੍ਹਾਂ ਨੇ ਮਲੇਰਕੋਟਲੇ ਵਿੱਚ ਤੇ ਹੋਰ ਉਸਾਰੀ 'ਚ ਬਹੁਤ ਭੱਜ ਨੱਠ ਕੀਤੀ ਹੈ। ਸੱਚਮੁੱਚ ਮੈਨੂੰ ਖੁਸ਼ੀ ਹੋਈ ਇਸ ਗੱਲ ਦੀ, ਉਹਨਾਂ ਨੇ ਸੁਝਾਅ ਦਿੱਤਾ ਹੈ। ਮੈਂ ਇੱਥੇ ਆਖਿਆ ਵੀ ਸੀ ਕਿ ਮੈਂ ਉਹਨਾਂ ਦਾ ਨਾਂ ਲੋੜੀਦਾ ਇਸ ਤਰ੍ਹਾਂ ਦਾ ਕਰਨ ਵਿੱਚ, ਲੇਕਿਨ ਹੁਣ ਮੈਨੂੰ ਸਰਦਾਰ ਸੁਰਿੰਦਰ ਸਿੰਘ ਹੋਰਾਂ ਨੇ ਵੀ ਬਹੁਤ ਸਾਰੀਆਂ ਗੱਲਾਂ ਦੱਸੀਆਂ ਨੇ ਕਿ ਭੈਣੀ ਸਾਹਿਬ ਨੂੰ ਕਿੰਨਾ ਨਵਾਂ ਮਰਹਲਾ ਵਿੱਚ ਬਣਾਇਆ ਹੈ। ਸਰਦਾਰ ਜੀ ਨੇ ਸੁਖਜੀਤ ਸਿੰਘ ਨੇ ਜਿੰਨੀਆਂ ਗੱਲਾਂ ਕੀਤੀਆਂ ਨੇ, ਮੇਰਾ ਥੋੜ੍ਹਾ ਜਿਹਾ ਜੀ ਕਰਦਾ ਹੈ ਕਿ ਜਿਨ੍ਹਾਂ ਬੰਦਿਆਂ ਦੇ ਸਹਿਯੋਗ ਨਾਲ ਇਹ ਸਾਰੀਆਂ ਗੱਲਾਂ ਹੋਈਆਂ ਨੇ ਉਹਨਾਂ ਦੇ ਨਾਂ ਆ ਜਾਣ ਤਾਂ ਬਹੁਤ ਹੀ ਵਧੀਆ ਹੈ, ਕਿਉਂਕਿ ਮੈਨੂੰ ਤਾਂ ਘੱਟੋ ਘੱਟ ਕਿਸੇ ਬੰਦੇ ਨਾਲ ਅਜਿਹੀ ਨਫ਼ਰਤ ਨਹੀਂ ਵੀ ਮੈਂ ਉਹਦਾ ਨਾਂ ਨਾ ਲਵਾਂ। ਮੈਂ ਚਾਹੁੰਦਾ ਜਿੰਨੇ ਕੰਮ ਕੀਤਾ ਉਹਦਾ ਜ਼ਰੂਰ ਜ਼ਿਕਰ ਹੋਵੇ, ਜਿਹੜਾ ਕੰਮ ਕਰਨ ਨਹੀਂ ਜਾਣਦਾ ਔਰ ਗੱਲਾਂ ਕਰਨ ਜਾਣਦਾ ਉਹਦਾ ਭਾਵੇਂ ਨਾ ਹੋਵੇ। ਇਸ ਮਸਲੇ 'ਤੇ ਕੋਈ ਵਿਚਾਰ ਦੇਣਾ ਹੁਣ ਵਾਜਬ ਤਾਂ ਨਹੀਂ ਲੱਗਦਾ, ਪਰ ਮੈਂ ਇੱਕ ਇਹੋ ਜਿਹੀ ਗੱਲ ਕਰਨਾ, ਮੈਂ ਇੱਥੋਂ ਦੀ ਜਾਂ ਸਾਰੇ ਥਾਂ ਦੀ ਵੀ ਗੱਲ ਕਰ ਦਿਆਂਗਾ, ਇਹੋ ਜਿਹੀ ਗੱਲ ਕਰਾਂਗਾ ਜਿਹੜੀ ਗੱਲ ਰਹਿ ਗਈ। ਜਿਹੜਾ ਆਦਮੀ ਖੁੱਲ੍ਹੇ ਦਿਲ ਨਾਲ ਵਰਤਾਉਂਦਾ ਹੈ ਉਹ ਹਾਸਲ ਵੀ ਖੁੱਲ੍ਹੇ ਦਿਲ ਨਾਲ ਕਰ ਸਕਦਾ ਹੈ, ਤੇ ਜਿਹੜਾ ਕਿਸੇ ਕੋਲੋਂ ਲੈ ਨਹੀਂ ਸਕਦਾ ਉਹਨੇ ਦੇਣਾ ਕਿਸੇ ਨੂੰ ਕੀ ਹੈ। ਮੈਨੂੰ ਪਤਾ ਹੈ ਜ਼ਾਤੀ ਤੌਰ 'ਤੇ ਸਤਿਗੁਰੂ ਜਗਜੀਤ ਸਿੰਘ ਜੀ ਨੇ ਸਾਡੇ ਇਲਾਕੇ ਵਿੱਚੋਂ ਉਗਰਾਹੀਆਂ ਕਰਨੀਆਂ, ਹੋਰ ਵੀ ਕਈ ਥਾਵਾਂ ਤੋਂ ਉਗਰਾਹੀਆਂ ਕਰਨੀਆਂ, ਤੇ ਅਸਾਂ ਇਤਰਾਜ਼ ਕਰਨਾ ਤੇ ਸੱਚੇ ਪਾਤਸ਼ਾਹ ਉਗਰਾਹੀਆਂ ਕਰੀ ਜਾਂਦੇ ਨੇ ਤੇ ਪਤਾ ਨਹੀਂ ਕਿੱਥੇ ਵਰਤੀ ਜਾਂਦੇ ਨੇ। ਇੱਥੋਂ ਤੱਕ ਵੀ ਇਤਰਾਜ਼ ਆਏ ਕਿ ਸਤਿਗੁਰੂ ਉਗਰਾਹੀਆਂ ਕਰਕੇ ਕਦੀ ਕਾਰਾਂ ਲੈ ਲੈਂਦੇ ਨੇ, ਕਦੀ ਹਵਾਈ ਜਹਾਜ਼ ਲੈ ਲੈਂਦੇ ਨੇ, ਪਰ ਅਸੀਂ ਉਹਨਾਂ ਗੱਲਾਂ ਦਾ ਅੱਜ ਨਤੀਜਾ ਵੇਖੀਏ। ਸਾਡੇ ਪੰਥ ਵਿੱਚ ਕਿੰਨੀ ਉਸਾਰੀ ਹੋ ਗਈ ਹੈ, ਸਾਡੇ ਪੰਥ ਦੀ ਸ਼ਾਨ ਕਿੱਥੇ ਚਲੀ ਗਈ ਹੈ। ਨਿਰਾ ਇਹ ਉਗਰਾਹੀਆਂ ਵੱਲੋਂ ਨਹੀਂ ਸੀ ਵੇਖਣ ਵਾਲੀ ਗੱਲ, ਇਹ ਵੀ ਸੀ ਨਾਲ ਇਸ ਤਰ੍ਹਾਂ ਹੀ ਗੱਲ ਵੀ ਅੱਗੋਂ ਵਰਤਾਇਆ ਵੀ ਕਿਸ ਤਰ੍ਹਾਂ ਹੈ। ਜੇ ਕਿਸੇ ਨੂੰ ਲੋੜ ਪਈ ਹੈ ਉਹ ਆ ਕੇ ਅਰਜ਼ ਕੀਤੀ ਹੈ ਤੇ ਉਸੇ ਹੱਥ ਨੇ ਵਰਤਾਇਆ ਹੈ ਜਿਵੇਂ ਆਇਆ ਸੀ। ਤੇ ਮੈਨੂੰ ਜ਼ਾਤੀ ਤੌਰ 'ਤੇ ਵੀ ਪਤਾ ਹੈ ਸਤਿਗੁਰੂ ਜਗਜੀਤ ਸਿੰਘ ਜੀ ਅੱਗੇ ਇੱਕ ਸਿੱਖ ਨੇ ਅਰਜ਼ ਕੀਤੀ ਤੇ ਮੈਨੂੰ ਅੱਜ ਕੁਛ ਲੋੜ ਹੈ, ਉਹਨੂੰ ਜ਼ਾਤੀ ਲੋੜ ਸੀ, ਕੁਝ ਜ਼ਮੀਨ ਖਰੀਦਣੀ ਜਾਂ ਇਹੋ ਜਿਹੀ ਗੱਲ, ਤੇ ਸਤਿਗੁਰੂ ਨੇ ਆਖਿਆ ਮੈਂ ਤੇ ਆਪ ਬੜਾ ਕਰਜ਼ਾਈ ਬਣਿਆ ਬੈਠਾ, ਮੈਂ ਹੁਣ ਕਿਤੇ ਆਵੇਗੀ ਤੇ ਦੇ ਦਿਆਂਗਾ, ਇੱਧਰੋਂ ਆਉਣਗੇ ਤੇ ਇੱਧਰ ਵਰਤਾ ਦਿਆਂਗਾ। ਇਹ ਠੀਕ ਹੈ, ਜਦੋਂ ਇਹੋ ਜਿਹੇ ਖੁੱਲ੍ਹੇ ਕੰਮ ਚੱਲਦੇ ਨੇ ਉਹਦੇ ਵਿੱਚੋਂ ਕਈ ਨਜਾਇਜ਼ ਫਾਇਦੇ ਵੀ ਉਠਾ ਜਾਂਦੇ ਨੇ, ਕਈਆਂ ਉਠਾਏ ਵੀ ਨੇ, ਉਹ ਸਾਨੂੰ ਰੜਕਦੇ ਵੀ ਨੇ, ਪਰ ਅਸਾਂ ਲੈਣਾ ਗੁਣ ਤੇ ਔਗਣ ਦੋਵੇਂ ਵੇਖ ਕੇ ਤੇ ਉਹਦੇ ਵਿੱਚੋਂ ਅਸਾਂ ਅੰਦਾਜ਼ਾ ਲਾ ਕੇ ਉਹਦੀ ਗਿਣਤੀ ਕਰਕੇ ਅਸਾਂ ਵੇਖਣਾ ਚੰਗੀ ਚੀਜ਼ ਕਿਹੜੀ ਹੈ, ਅਸੀਂ ਉਹਨੂੰ ਗ੍ਰਹਿਣ ਕਰੀਏ, ਔਗਣ ਛੱਡ ਦਈਏ ਤੇ ਗੁਣ ਗ੍ਰਹਿਣ ਕਰੀਏ। ਇਹ ਚੀਜ਼ ਸਾਨੂੰ ਸਤਿਗੁਰੂ ਜਗਜੀਤ ਸਿੰਘ ਜੀ ਕੋਲ ਹਾਸਲ ਕਰਨੀ ਚਾਹੀਦੀ ਹੈ। ਲੱਖਾਂ ਆਏ ਤੇ ਕਰੋੜਾਂ ਗਏ, ਇਹ ਇਹਨਾਂ ਦੀ ਕਿਰਪਾ ਨਾਲ ਹੁੰਦਾ ਰਿਹਾ ਤੇ ਉਹ ਸਾਡੇ ਸਾਹਮਣੇ ਸਭ ਕੁਝ ਹੋ ਰਿਹਾ। ਜਥੇਦਾਰ ਦਰਸ਼ਨ ਸਿੰਘ ਜੀ ਲੁਧਿਆਣੇ ਤੋਂ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਪੇਸ਼ ਕਰਨ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਸੱਚੇ ਪਾਤਸ਼ਾਹ ਦੀ ਸ਼ਖਸੀਅਤ ਬਾਰੇ ਜੇ ਅਸੀਂ ਉਹਨਾਂ ਦਾ ਇਸ ਪੱਖ ਤੋਂ ਕੋਈ ਲਿਖਣ ਲੱਗੀਏ ਤਾਂ ਲਿਖਿਆ ਨਹੀਂ ਜਾ ਸਕਦਾ, ਪਰ ਸੱਚੇ ਪਾਤਸ਼ਾਹ ਜੀ ਨੇ ਜਿਸ ਕੰਮ ਵਿੱਚ ਮੈਨੂੰ ਲਾਇਆ
मैं ਉਹਦੇ ਵਾਸਤੇ ਥੋੜ੍ਹੀ ਜਿਹੀ ਅਰਜ਼ ਕਰਨੀ ਚਾਹੁੰਦਾ। ਮੈਂ ਜ਼ਿਆਦਾ ਸਮਾਂ ਨਹੀਂ ਲੈਣਾ। ਸੱਚੇ ਪਾਤਸ਼ਾਹ ਜੀ ਨੇ ਇੱਕ ਦਵਾਈਆਂ ਵਾਸਤੇ ਇੱਕ ਡਿਪਾਰਟਮੈਂਟ ਬਣਾਇਆ ਕਿ ਕੋਈ ਵੀ ਮਰੀਜ਼ ਜਿਹੜਾ ਹੈ ਜਾ ਕੇ ਜਿਹੜਾ ਅਰਜ਼ ਕਰਦਾ ਹੈ ਉਹਦਾ ਵੱਖਰੇ ਵੱਖਰੇ ਥਾਂ 'ਤੇ ਇਲਾਜ ਹੁੰਦਾ ਹੈ। ਖਾਸ ਕਰਕੇ ਲੁਧਿਆਣੇ ਦੇ ਵਿੱਚ ਜਿਹੜਾ ਇਲਾਜ ਹੁੰਦਾ ਹੈ ਉਹ ਸੱਚੇ ਪਾਤਸ਼ਾਹ ਜੀ ਇੱਥੇ ਮੇਰੇ ਕੋਲ ਭੇਜਦੇ ਨੇ। ਦਿੱਲੀ ਵਿੱਚ ਤੁਸੀਂ ਸੱਚੋ ਅਖਬਾਰ ਵਿੱਚ ਵੀ ਪੜ੍ਹਿਆ ਕਈ ਵਾਰੀ, ਹੰਸਪਾਲ ਜੀ ਵੀ ਉੱਥੇ ਕਾਫੀ ਇਸ ਵਾਸਤੇ ਸਹਿਯੋਗ ਦਿੰਦੇ ਨੇ। ਸੱਚੇ ਪਾਤਸ਼ਾਹ ਜੀ ਇੰਨੀ ਕਿਰਪਾ ਕਰਦੇ ਨੇ ਕਿ ਮਰੀਜ਼ਾਂ ਨੂੰ ਸਭ ਤੋਂ ਪਹਿਲਾਂ ਪਹਿਲ ਦਿੰਦੇ ਨੇ, ਉਹਨਾਂ ਦੀ ਹਰ ਇੱਕ ਚੀਜ਼ ਨੂੰ। ਇੱਥੋਂ ਤੱਕ ਕਿ ਮਾਇਕ ਤੌਰ 'ਤੇ ਵੀ ਸੱਚੇ ਪਾਤਸ਼ਾਹ ਜੀ ਕੋ ਕਿਸੇ ਵੇਲੇ ਪੈਸਾ ਨਾ ਹੋਵੇ ਤੇ ਉਹਦਾ ਪ੍ਰਬੰਧ ਕਰਕੇ ਮੈਨੂੰ ਉਸੇ ਵੇਲੇ ਦਿੰਦੇ ਨੇ। ਹੁਣ ਤੱਕ ਸੱਚੇ ਪਾਤਸ਼ਾਹ ਜੀ ਨੇ ਤਕਰੀਬਨ 1.5 ਸਾਲ ਦੇ ਵਿੱਚ 1020 ਰੋਗੀਆਂ ਦਾ ਇਲਾਜ ਕਰਵਾਇਆ। ਸੱਚੇ ਪਾਤਸ਼ਾਹ ਜੀ ਨੇ ਇਹਦੇ ਵਿੱਚ ਇਹ ਜ਼ਰੂਰੀ ਨਹੀਂ ਸਮਝਿਆ ਵੀ ਕੋਈ ਨਾਮਧਾਰੀ ਆ ਕੇ ਅਰਜ਼ ਕਰਦਾ ਤੇ ਉਹਦੀ ਅਰਜ਼ ਮਨਜ਼ੂਰ ਕਰਦੇ ਨੇ। ਕੋਈ ਗੈਰ ਨਾਮਧਾਰੀ ਹੋਵੇ, ਕਿਸੇ ਫਿਰਕੇ ਨਾਲ ਸੰਬੰਧਿਤ ਹੋਵੇ, ਉਹ ਆ ਕੇ ਅਰਜ਼ ਕਰਦਾ ਹੈ, ਸੱਚੇ ਪਾਤਸ਼ਾਹ ਉਸੇ ਵੇਲੇ ਹੁਕਮ ਕਰ ਦਿੰਦੇ ਨੇ। 1020 ਰੋਗੀਆਂ ਦਾ ਇਲਾਜ ਅੱਜ ਦੀ ਡੇਟ ਤੱਕ ਹੋ ਚੁੱਕਾ ਹੈ। ਤੇ ਜਿਹੜੇ ਗੰਭੀਰ ਰੋਗੀ ਨੇ ਜਿਨ੍ਹਾਂ ਨੂੰ ਅਸੀਂ ਦਾਖਲ ਕਰਾਇਆ, 52 ਰੋਗੀਆਂ ਨੂੰ ਦਾਖਲ ਕਰਾ ਕੇ ਉਹਨਾਂ ਦਾ ਇਲਾਜ ਕਰਾਇਆ। ਸੱਚੇ ਪਾਤਸ਼ਾਹ ਜੀ ਨੇ ਹਸਪਤਾਲਾਂ ਦੇ ਵਿੱਚ ਜਾ ਕੇ ਜਿਹੜੇ ਦਰਸ਼ਨ ਦਿੱਤੇ ਨੇ, ਸਤਿਗੁਰੂ ਜੀ ਦੇ ਕਰਕੇ ਭਾਵੇਂ ਕਿਸੇ ਤਰੀਕੇ ਨਾਲ ਵੀ ਹੋਣ, ਕਿੰਨੇ ਵੀ ਵਿਅਸਤ ਹੋਣ ਆਪਣੇ ਕਾਰਜ ਵਿੱਚ ਵੀ, ਲੇਕਿਨ ਫਿਰ ਵੀ ਸੱਚੇ ਪਾਤਸ਼ਾਹ ਰੋਗੀਆਂ ਨੂੰ ਦਰਸ਼ਨ ਦੇਣ ਵਾਸਤੇ ਪਹਿਲ ਦੇ ਕੇ ਉੱਥੇ ਹਸਪਤਾਲ ਜਾਂਦੇ ਨੇ। ਘਰ ਹੋਣ, ਰੋਗੀ ਘਰ ਹੋਵੇ ਜਾਂ ਹਸਪਤਾਲ ਦੇ ਵਿੱਚ ਹੋਵੇ। 37 ਵਾਰੀ ਸੱਚੇ ਪਾਤਸ਼ਾਹ ਜੀ ਹਸਪਤਾਲਾਂ 'ਚ ਜਾ ਕੇ ਮੇਰੇ ਜਿਨ੍ਹਾਂ 'ਚ 1.5 ਸਾਲ ਦੇ ਵਿੱਚ ਸੱਚੇ ਪਾਤਸ਼ਾਹ ਜਾ ਕੇ ਦਰਸ਼ਨ ਦਿੱਤੇ ਰੋਗੀਆਂ ਨੂੰ। ਤੁਹਾਨੂੰ ਪਤਾ ਹੈ ਕਿ ਕਿਸੇ ਵੇਲੇ ਉੱਥੇ 3-3 4-4 ਮੰਜ਼ਿਲਾਂ ਨੇ ਹਸਪਤਾਲ ਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੇ ਲਿਫਟ ਨਾ ਮਿਲੇ ਤੇ ਤੁਰ ਕੇ ਜਾ ਕੇ ਉਹ ਟਰੇਸ ਤੇ ਜਾਂ ਪੌੜੀਆਂ ਚੜ੍ਹ ਕੇ ਉੱਪਰ ਤੱਕ ਚਲੇ ਜਾਂਦੇ ਨੇ। ਭਾਵੇਂ ਸੱਚੇ ਪਾਤਸ਼ਾਹ ਕਿਸੇ ਵੇਲੇ ਲੰਗੜਾਉਣ ਵੀ ਲੱਗ ਜਾਂਦੇ ਨੇ ਕਿ ਚਰਨ ਦੁਖਦਾ ਸੱਚੇ ਪਾਤਸ਼ਾਹ ਦਾ, ਲੇਕਿਨ ਰੋਗੀਆਂ ਨੂੰ ਪਹਿਲ ਦੇਣ ਵਾਸਤੇ ਸੱਚੇ ਪਾਤਸ਼ਾਹ ਜੀ ਉੱਥੇ ਜਾ ਕੇ ਦਰਸ਼ਨ ਦਿੰਦੇ ਨੇ, ਉਹਨਾਂ ਦਾ ਸਾਰਾ ਪੁੱਛਦੇ ਨੇ ਹਾਲ ਚਾਲ। ਸਤਿਗੁਰੂ ਜੀ ਨੇ ਹੁਣ ਤੱਕ ਕਿੰਨੀ ਮਾਇਆ ਮੇਰੇ ਰਾਹੀਂ ਸੱਚੇ ਪਾਤਸ਼ਾਹ ਨੇ ਰੋਗੀਆਂ ਨੂੰ ਦਿੱਤੀ ਆ। 9,40,000 ਰੁਪਈਆ ਸੱਚੇ ਪਾਤਸ਼ਾਹ ਜੀ ਨੇ ਰੋਗੀਆਂ ਨੂੰ ਦਿੱਤਾ ਹੁਣ ਤੱਕ। 1.5 ਸਾਲ ਦੇ ਵਿੱਚ ਕਿਰਪਾ ਕੀਤੀ ਹੈ। ਔਰ ਇੱਥੇ ਤੱਕ ਕਿ ਕਿਸੇ ਵੇਲੇ ਜੇ ਪੈਸੇ ਪਿੱਛੇ ਜਦੋਂ ਸੱਚੇ ਪਾਤਸ਼ਾਹ ਵਿਦੇਸ਼ ਗਏ ਨੇ ਤੇ 50,000 ਤੇ 400 ਰੁਪਈਆ ਹਸਪਤਾਲਾਂ ਦਾ ਹੋ ਗਿਆ। ਸੱਚੇ ਪਾਤਸ਼ਾਹ ਜੀ ਅੱਗੇ ਅਰਜ਼ ਕੀਤੀ, ਗੀਨਵਾਜ ਪੈਸੇ ਦੇਣ ਵਾਲੇ ਨੇ, ਕਹਿੰਦੇ ਦੇ ਦੇਵਾਂਗਾ। ਰਾਗ ਦੇ ਵਿੱਚ ਬੈਠੇ ਸਨ ਤੇ ਫਿਰ ਅਰਜ਼ ਕੀਤੀ ਗੀਨਵਾਜ ਆਪ ਜੀ ਨੇ ਮਹੀਨਾ 1.5 ਮਹੀਨਾ ਜਾਂ ਜਿੰਨਾ ਵੀ ਸਮਾਂ ਬਾਹਰ ਲਾਉਣਾ, ਪਿੱਛੇ ਥੋੜ੍ਹੀ ਜਿਹੀ ਮੈਨੂੰ ਤੰਗੀ ਆ ਜਾਂਦੀ ਆ, ਜੇ ਕਿਰਪਾ ਕਰੋ ਤੇ ਥੋੜ੍ਹੇ ਬਹੁਤੇ ਨਾਲ ਹੋਰ ਦੇ ਦਿਓ। ਤੇ ਮੇਰੇ ਮਨ 'ਚ ਇਸ ਕੇ 5-10 ਹਜ਼ਾਰ ਰੁਪਈਆ ਦੇ ਜਾਣ। ਕਹਿੰਦੇ ਲੱਖ ਰੁਪਈਆ ਤੈਨੂੰ ਦੇ ਜੰਨੇ ਹੋਰ, ਕਿ ਇਸ ਪੱਖ ਤੋਂ ਕੋਈ ਵੀ ਕਮੀ ਨਾ ਤੈਨੂੰ ਆਵੇ। ਰੋਗੀਆਂ ਨੂੰ ਇੰਨੀ, ਫਿਰ ਸੱਚੇ ਪਾਤਸ਼ਾਹ ਰੋਗੀਆਂ ਵਾਸਤੇ ਇੰਨੀ ਧਿਆਨ ਦਿੰਦੇ ਨੇ। ਅਵਤਾਰ ਸਿੰਘ ਐਲਨਾਬਾਦ ਵਾਲੇ ਆ ਪਿੱਛੇ ਜੇ ਚੜ੍ਹਾਈ ਕੀਤੇ ਨੇ, ਹੁਣ ਉਹਨਾਂ ਦੇ ਸਿਰ ਦੇ ਵਿੱਚ ਰਸੌਲੀ ਹੋ ਗਈ। ਸਾਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ। ਸੱਚੇ ਪਾਤਸ਼ਾਹ ਜੀ ਨੇ, ਮੈਂ ਅਰਜ਼ ਕੀਤੀ ਗੀਨਵਾਜ, ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਖਰਚ ਕਾਫੀ ਹੋ ਰਿਹਾ, ਜੋ ਆਪਦੀ ਰਜਾ ਹੋਵੇ। ਕਹਿੰਦੇ ਅਸੀਂ ਸੇਵਾ ਕਰਨੀ ਆ, ਆਖਰੀ ਦਮ ਤੱਕ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਆ। ਜਿਹੜਾ ਅੱਗੇ ਜੋ ਕੁਛ ਹੋਣਾ ਉਹਦੇ ਬਾਰੇ ਨਾ ਤੂੰ ਸੋਚ। ਡਾਕਟਰ ਨਾਲ ਫਿਰ ਜਾ ਕੇ ਸਲਾਹ ਕੀਤੀ। ਇੱਥੇ ਡਾਕਟਰ TN ਸ਼ਡਾਂਗੀ ਆ ਜਿਹੜਾ ਕਿ ਨਿਊਰੋ ਸਰਜਰੀ ਦਾ ਕੰਮ ਕਰਦਾ ਦਯਾਨੰਦ ਹਸਪੀਟਲ 'ਚ। ਉਹ ਕਹਿੰਦਾ ਕਿ ਮੈਂ ਆਪਰੇਸ਼ਨ ਕਰਕੇ ਦੇਖ ਲੈਣਾ, ਹੋ ਸਕਦਾ ਕਿ ਠੀਕ ਹੋ ਜਾਏ, ਪਰ ਇਹਦਾ ਇੱਕ ਟੈਸਟ ਹੋਣਾ ਆ, MIR ਟੈਸਟ ਹੁੰਦਾ ਉਹ ਸਿਰਫ ਦਿੱਲੀ ਦੇ ਵਿੱਚ ਹੁੰਦਾ। ਮੈਨੂੰ ਕਹਿੰਦੇ ਕਿ ਮੈਂ ਹੰਸਪਾਲ ਜੀ ਨੂੰ ਇੱਥੋਂ ਟੈਲੀਫੋਨ ਕਰ ਦਿੰਦਾ ਤੇ ਤੂੰ ਸੂਬਾ ਸੁਖਦੇਵ ਸਿੰਘ ਜੀ ਪਾਸ ਇਹਨਾਂ ਨੂੰ ਭੇਜ ਦੇ। ਉੱਥੇ ਭੇਜਿਆ, ਜਾ ਕੇ ਉੱਥੋਂ ਉਹ ਟੈਸਟ ਕਰਵਾ ਕੇ ਇੱਥੇ ਵਾਪਸ ਲਿਆਂਦਾ। ਉਹਦਾ ਆਪਰੇਸ਼ਨ ਹੋਇਆ। 10-12 ਦਿਨ ਇੱਥੇ ਰਹੇ ਤੇ ਉਹ ਡਾਕਟਰਾਂ ਨੇ ਫਿਰ ਜਵਾਬ ਦਿੱਤਾ ਕਿ ਇਹਨਾਂ ਨੂੰ ਬਚਣਾ ਨਹੀਂ ਹੈਗਾ, ਕਿ ਇਹਨੂੰ ਲੈ ਜਾਓ। ਘਰ ਲੈ ਗਏ ਤੇ ਤੀਸਰੇ ਚੌਥੇ ਦਿਨ ਜਾ ਕੇ ਉਹ ਚੜ੍ਹਾਈ ਕਰ ਗਏ। ਸੱਚੇ ਪਾਤਸ਼ਾਹ ਜੀ ਨੇ ਅਖੀਰ ਤੱਕ ਇਹ ਆਖਿਆ ਕਿ ਤੂੰ ਇਹ ਗੱਲ ਨਹੀਂ ਆਖਣੀ ਕਿ ਪੈਸੇ ਖੁਣੋ ਕੋਈ ਰੋਗੀ ਇਹ ਕਹਿ ਜਾਵੇ ਵੀ ਮੈਂ ਪੈਸੇ ਖੁਣੋ ਮੇਰੇ ਚੜ੍ਹਾਈ ਕਰ ਗਿਆ ਜਾਂ ਰੋਗ ਦਾ ਨਿਯਤੀ ਨਹੀਂ ਕਰਾਈ। ਇਸ ਕਰਕੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਡਾਕਟਰਾਂ ਪ੍ਰਤੀ ਇੰਨਾ ਪਿਆਰ ਸੱਚੇ ਪਾਤਸ਼ਾਹ ਕਰਦੇ ਨੇ ਡਾਕਟਰਾਂ ਨੂੰ ਕਿ ਡਾਕਟਰਾਂ ਦੀ ਲੋੜ ਨੂੰ ਵੀ ਦੇਖਦੇ ਨੇ ਕਿ ਇਹ ਕੀ ਚਾਹੁੰਦਾ। ਡਾਕਟਰ ਵਸਤੀ ਨੇ ਇੱਥੇ ਸਾਡੇ DMC ਦੇ ਵਿੱਚ, ਡਾਕਟਰ ਖੁਰਾਣਾ ਸਾਹਿਬ ਨੇ, ਡਾਕਟਰ ਗਿੱਲ ਸਾਹਿਬ ਨੇ, ਡਾਕਟਰ ਚਾਵਲਾ ਜੀ ਨੇ, ਉਹਨਾਂ ਨੂੰ ਜਾ ਕੇ ਪੁੱਛਦੇ ਰਹਿੰਦੇ ਨੇ। ਇੱਥੇ ਇੱਕ ਡੈਲਟਾ ਹਾਰਟ ਸੈਂਟਰ ਵਾਲੇ ਨੇ, ਅਜੀਤ ਅਮੋਲ ਸਿੰਘ ਡਾਕਟਰ ਸਾਹਿਬ ਗਿੱਲ ਨੇ, ਉਹਨਾਂ ਸੱਚੇ ਪਾਤਸ਼ਾਹ ਉਹਨਾਂ ਦੇ ਘਰ ਜਾ ਕੇ 42 ਮਿੰਟ ਜਾ ਕੇ ਉਹਨਾਂ ਨੂੰ ਦਰਸ਼ਨ ਦਿੱਤੇ।
ਅਸੀਂ ਹੈਰਾਨ ਹੋ ਗਏ ਕਿ ਸੱਚੇ ਪਾਤਸ਼ਾਹ 2-2 3-3 ਮਿੰਟ ਤੋਂ ਬਾਅਦ ਤਾਂ ਕਿਸੇ ਕੋ ਚਰਨ ਪਾਉਂਦੇ ਨੇ ਤੇ ਜਾਂ 5-10 ਮਿੰਟ ਰੋਕ ਲਏ, 40 ਮਿੰਟ ਉਹਨਾਂ ਦਾ ਬਚਨ ਬਲਾਸ ਹੁੰਦੇ ਰਹੇ। ਤੇ ਇੱਕ ਦਿਨ ਮੈਂ ਗਿਆ, ਮੈਂ ਉਹਨਾਂ ਨੂੰ ਪੁੱਛਿਆ ਵੀ ਗੱਲ ਕੀ ਆ ਵਿੱਚੋਂ, ਸੱਚੇ ਪਾਤਸ਼ਾਹ ਤੁਹਾਡੇ ਨਾਲ ਬੜਾ ਮੋਹ ਕੀਤਾ। ਉਹਨੇ ਦੱਸਿਆ ਫਿਰ ਮੈਨੂੰ ਜਿਹੜੀ ਅਸਲੀ ਗੱਲ ਵਿੱਚੋਂ ਨਿਕਲੀ। ਕਹਿੰਦੇ ਕਿ ਮੇਰੇ ਜਿਹੜੇ ਪੜਦਾਦਾ ਜੀ ਸਨ ਨਾ, ਬਸੰਤ ਸਿੰਘ ਉਹਨਾਂ ਦਾ ਨਾਂ, ਤੇ 1875 ਦੀ ਗੱਲ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ 1872 ਵਿੱਚ ਪ੍ਰਦੇਸ਼ ਗਏ ਕਿ 1875 ਦੇ ਵਿੱਚ ਹਾਥੀ ਉੱਤੇ ਦਸਵੰਧ ਲੱਦ ਕੇ ਤੇ ਸ੍ਰੀ ਭੈਣੀ ਸਾਹਿਬ ਆ ਕੇ ਦਿੰਦੇ ਹੁੰਦੇ ਸਨ ਇੱਥੇ। ਤੇ ਮਾਂਗਟ ਉਹਨਾਂ ਦਾ ਪਿੰਡ ਹੈ, ਲੁਧਿਆਣੇ ਦੇ ਕੋਲ ਹੈ ਜਿਹੜਾ। ਸੱਚੇ ਪਾਤਸ਼ਾਹ ਪਿੱਛੋਂ ਫੜ ਲਿਆ ਉਹਨਾਂ ਨੂੰ ਤੇ ਸੱਚੇ ਪਾਤਸ਼ਾਹ ਅਰਜ਼ ਕੀਤੀ ਗਈ ਆਵਾਜ਼। ਤੇ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਸਿੱਖੀ ਆ ਜਾਂ ਸਿੱਖ ਹੈ ਜਾਂ ਕੋਈ ਵੀ ਚੀਜ਼ ਜਿਹੜੀ ਅੰਦਰਲੀ ਜਿਹੜੀ ਪਿਛਲੀ ਹੁੰਦੀ ਹੈ, ਉਹ ਸਤਿਗੁਰਾਂ ਨੂੰ ਪਤਾ ਹੁੰਦਾ ਕਿ ਮੈਂ ਕਿ ਸਿੱਖ ਨਾਲ ਪਿਆਰ ਕਿਸ ਤਰੀਕੇ ਨਾਲ ਕਰਨਾ, ਕਿੱਥੋਂ ਉਹ ਕੱਢ ਕੇ ਲਿਆਉਂਦੇ ਨੇ ਸਿੱਖ ਨੂੰ। ਉਹਨੇ ਫਿਰ ਸੱਚੇ ਪਾਤਸ਼ਾਹ ਕਿਰਪਾ ਕੀਤੀ ਕਿ ਉਹਨਾਂ ਨੂੰ ਆਖਿਆ ਕਿ ਤੁਸੀਂ ਇੱਥੇ ਕੇਲੇ ਲਾਓ। ਤੇ ਉਹ ਕਹਿੰਦੇ ਜੀ ਇੱਥੇ ਤਾਂ ਕੇਲਾ ਪੰਜਾਬ 'ਚ ਹੁੰਦਾ ਨਹੀਂ। ਕਹਿੰਦੇ ਤੁਸੀਂ ਬਾਹਰ ਦੀ ਗੱਲ ਛੱਡੋ, ਇੱਥੇ ਆਪਣੇ ਜਿੱਥੇ ਉਹ ਲਾਨ ਬਣਿਆ ਨਾ ਉਹਦੇ ਵਿੱਚ ਹੀ ਲਾ ਦਿਓ। ਉੱਥੇ ਇੱਕ ਬੂਟਾ ਲਿਆ ਕੇ ਨਾ, ਕੁਛ ਉਹਨਾਂ ਨੇ ਉੱਥੇ ਫਾਰਮ 'ਚ ਜਾ ਕੇ ਲਾਏ। ਇੱਕ ਬੂਟਾ ਉਹਨਾਂ ਨੇ ਉੱਥੇ ਨਾ, ਤੁਸੀਂ ਜਾਓ ਕਿਤੇ ਡੈਲਟਾ ਹਾਰਟ ਸੈਂਟਰ ਵਾਲਿਆਂ ਦੇ, ਉਹਨਾਂ ਨੇ ਬਾਹਰ ਉੱਥੇ ਸੱਚੇ ਪਾਤਸ਼ਾਹ ਦੀ ਹੁਕਮ ਮੁਤਾਬਿਕ ਕੇਲੇ ਦਾ ਪੌਦਾ ਲਾਇਆ। ਤਾਂ 2 ਮਹੀਨੇ ਹੋਏ ਮੈਂ ਗਿਆ ਤੇ ਮੈਂ ਕਿਹਾ ਵੀ ਇਹਨੂੰ ਫਲ ਲੱਗਾ ਆ। ਕਹਿੰਦੇ ਜੀ ਫਲ ਨਹੀਂ ਲੱਗਾ ਇਹਨੂੰ ਕੋਈ। ਮੈਂ ਸੱਚੇ ਪਾਤਸ਼ਾਹ ਅੱਗੇ ਅਰਜ਼ ਕੀਤੀ, ਮੈਂ ਕੀ ਨਵਾਜ਼ ਕਿਰਪਾ ਕਰੋ ਉੱਥੇ ਫਲ ਲਾਓ, ਕੇਲਾ ਤੇ ਲੱਗ ਗਿਆ। ਕਹਿੰਦੇ ਸੁਖਦੇਵ ਸਿੰਘ ਦਾ ਖਣੀ ਨਾਂ ਲਿਆ ਸੱਚੇ ਪਾਤਸ਼ਾਹ ਵੀ ਉਹਨੂੰ ਨਾਲ ਲੈ ਕੇ ਦਿਖਾ ਲਓ ਕਿ ਉਹ ਨਹੀਂ ਫਲ ਲੱਗਾ। ਮੈਂ ਕਿਹਾ ਜੀ ਆਪ ਜੀ ਵੀ ਕਿਰਪਾ ਕਰੋ। ਉਹ ਜੀ 2 ਮਹੀਨੇ ਬਾਅਦ ਹੁਣ ਅਸੀਂ ਜਾ ਕੇ ਦੇਖ ਕੇ ਆਏ ਆ, ਇੰਨਾ ਉਹਨੂੰ ਫਲ ਲੱਗਾ, ਇੰਨੇ ਵੱਡੇ ਵੱਡੇ ਕੇਲੇ ਲੱਗੇ ਨੇ। ਉਹ ਹੈਰਾਨ ਹੋ ਗਿਆ, ਜਿਹੜੇ ਫਾਰਮ ਦੇ ਵਿੱਚ ਜਾ ਕੇ ਉੱਥੇ ਲਾਏ ਨੇ ਕੇਲੇ, ਉਹ ਜਾ ਕੇ ਤੁਸੀਂ ਜਾ ਕੇ ਤੱਕੋ ਉੱਥੇ ਕੀ ਸੱਚੇ ਪਾਤਸ਼ਾਹ ਕਿਰਪਾ ਕੀਤੀ ਹੈ। ਸੋ ਇਸ ਕਰਕੇ ਸੱਚੇ ਪਾਤਸ਼ਾਹ ਹਰ ਪੱਖ ਤੋਂ, ਡਾਕਟਰਾਂ ਦੀ ਗੱਲ, ਹਰ ਪੱਖ ਤੋਂ ਕਵੀ ਜੀ ਨੇ ਸਾਰਾ ਕੁਝ ਦੱਸ ਦਿੱਤਾ ਹੈ। ਤੇ ਮੈਂ ਸਿਰਫ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਆ। ਇੱਕ ਵਾਰੀ ਮੈਨੂੰ ਰਾਤ 11-12 ਵਜੇ ਫੋਨ ਆ ਗਿਆ ਹਸਪਤਾਲ ਤੋਂ ਕਿਸੇ ਦਾ, ਕਿਸੇ ਬੀਬੀ ਦੀ ਰੋਣ ਦੀ ਆਵਾਜ਼ ਆਈ। ਤੇ ਮੈਂ ਕਿਹਾ, ਉਹਨੂੰ ਪੁੱਛਿਆ, ਮੈਂ ਕਿਹਾ ਤੂੰ ਕੌਣ ਹੈ? ਕਹਿੰਦੀ ਮੈਂ, ਉਹਨੇ ਲੋਹਗੜ੍ਹ ਦਾ ਨਾਂ ਲਿਆ ਪਿੰਡ ਦਾ। ਕਹਿੰਦੀ ਪਿੰਡ ਮੇਰਾ ਲੋਹਗੜ੍ਹ ਹੈ ਤੇ ਅਸੀਂ ਨਾਮਧਾਰੀ ਹੁੰਦੇ ਆ। ਇਹਨਾਂ ਲਫ਼ਜ਼ ਕਰਕੇ ਕਹਿੰਦੇ ਸਾਡਾ ਐਕਸੀਡੈਂਟ ਕਿਤੇ ਹੋ ਗਿਆ। ਤੋ ਟੈਲੀਫੋਨ ਕੱਟਿਆ ਗਿਆ, ਬੜੀ ਕੋਸ਼ਿਸ਼ ਕੀਤੀ। ਮੈਂ ਉਸੇ ਵੇਲੇ ਸਕੂਟਰ ਚੁੱਕਿਆ ਤੇ ਮੈਂ ਕਿਹਾ ਵੀ DMC ਤੋਂ ਹੋਣਾ ਆ। DMC ਸਿੱਧਾ ਚਲ ਗਿਆ ਦਇਆਨੰਦ ਹਸਪੀਟਲ। ਜਾ ਕੇ ਸਾਰੇ ਵਾਰਡ ਦੇਖੇ ਕਿ ਕੋਈ ਇੱਥੇ ਐਕਸੀਡੈਂਟ ਵਾਲਾ ਤਾਜ਼ਾ ਕੌਣ ਆਇਆ, ਕਿਤੇ ਪਤਾ ਨਾ ਲੱਗਿਆ ਕਿ ਕਿਹੜਾ ਨਾਮਧਾਰੀ, ਕੋਈ ਨਾਮਧਾਰੀ ਨਜ਼ਰ ਨਾ ਆਇਆ। ਸਵੇਰੇ ਸੱਚੇ ਪਾਤਸ਼ਾਹ ਜੀ ਡਾਕਟਰ ਵੋਹਰੇ ਦੇ ਉੱਥੇ ਜਾ ਕੇ, ਦੰਦਾਂ ਦਾ ਸੇਵਾ ਕਰਦੇ ਨੇ ਡਾਕਟਰ ਵੋਹਰਾ ਜੀ, ਉੱਥੇ ਜਾ ਕੇ ਮੈਂ ਸੱਚੇ ਪਾਤਸ਼ਾਹ ਅਰਜ਼ ਕੀਤੀ। ਵੀਰਵਾ ਜਿਸ ਤਰ੍ਹਾਂ ਰਾਤ ਮੈਨੂੰ ਫੋਨ ਆਇਆ ਤੇ ਮੈਂ ਜਾ ਕੇ ਲੱਭਿਆ ਬੜਾ। ਮੈਨੂੰ ਕਹਿੰਦੇ ਤੂੰ ਘਬਰਾ ਨਾ, ਤੂੰ ਜਾ ਕੇ ਇੱਕ ਵਾਰੀ ਫਿਰ ਦੇਖ ਉੱਥੇ। ਮੈਂ ਦੁਬਾਰਾ ਉਸ ਵੇਲੇ ਫਿਰ ਹਸਪਤਾਲ ਚਲੇ ਗਿਆ। ਕਰਦੇ ਕਰਾਉਂਦੇ ਮੈਂ ਪੁੱਛਿਆ, ਮੈਂ ਕਿਹਾ ਦੱਸੋ ਤਾਂ ਇੱਥੇ ਕੋਈ ਐਕਸੀਡੈਂਟ ਹੋਇਆ? ਕਹਿੰਦੇ ਜੀ ਪਰਸੋਂ ਇੱਥੇ ਮਨੀਕਰਨ ਇੱਕ ਬੱਸ ਗਈ ਸੀ, ਉਹਦੇ ਵਿੱਚ ਬੜਾ ਇੱਕ ਬੱਸ ਡਿੱਗ ਪਈ ਸੀ ਤੇ ਉੱਤੇ ਖੂਨ ਖਰਾਬਾ ਕਾਫੀ ਹੋਇਆ, ਕਾਫੀ ਉਹਦੇ ਵਿੱਚ ਲਾਸ਼ਾਂ ਵੀ ਆਈਆਂ ਨੇ ਤੇ ਵੈਸੇ ਮਰੀਜ਼ ਕਾਫੀ ਫੱਟੜ ਵੀ ਹੋਏ ਨੇ। ਮੈਂ ਪੁੱਛਦਾ ਨਿਊਰੋ ਸਰਜਰੀ ਚਲੇ ਗਿਆ। ਜਾ ਕੇ ਉੱਥੇ ਦੇਖਿਆ ਕੋਈ ਨਾਮਧਾਰੀ ਨਜ਼ਰ ਨਾ ਆਇਆ। ਫਿਰ ਫਾਈਲ ਲਈ, ਰਜਿਸਟਰਾਰ ਨੂੰ ਕਿਹਾ ਕਿ ਤੂੰ ਸਾਰਾ ਰਿਕਾਰਡ ਦੇਖ। ਉਹਨੇ ਜਦੋਂ ਰਿਕਾਰਡ ਦੇਖਿਆ ਤੇ ਉਹਦੇ ਵਿੱਚ ਨਾਮਧਾਰੀ ਕਿਤੇ ਨਾ ਆਇਆ ਤੇ ਲੋਹਗੜ੍ਹ ਪਿੰਡ ਆ ਗਿਆ। ਪੁੱਛਿਆ ਉਹਨਾਂ ਨੂੰ ਕੌਣ ਹੈ, ਉਹ ਬੀਬੀ ਆਈ। ਉਹਨੇ ਮੈਨੂੰ ਵੇਖ ਕੇ ਰੋਣ ਲੱਗ ਪਈ। ਕਹਿੰਦੀ ਵੀ ਮੇਰੀ ਲੜਕੀ ਚੜ੍ਹਾਈ ਕਰ ਗਈ ਆ ਤੇ ਇੱਕ ਲੜਕੀ ਮੇਰੀ ਦੂਸਰੀ ਉਹ ਲੰਮੀ ਪਈ ਹੈ ਤੇ ਸਾਡੇ ਕੋਲ 1 ਪੈਸਾ ਨਹੀਂ ਹੈਗਾ। ਮੈਂ ਕਿਹਾ ਬੀਬੀ ਤੇਰੀ ਅਰਜ਼ ਹੋ ਗਈ ਸੱਚੇ ਪਾਤਸ਼ਾਹ ਚਰਨਾਂ 'ਚ। ਹੁਕਮ ਇਹ ਹੋਇਆ ਕਿ ਤੁਰੰਤ ਉਹਨੂੰ ਜਾ ਕੇ ਸਹਾਇਤਾ ਦਿੱਤੀ ਜਾਵੇ। ਜਿੰਨੀ ਵੀ ਹੋਈ ਸਾਰੀ ਸਹਾਇਤਾ ਸੱਚੇ ਪਾਤਸ਼ਾਹ ਦੀ ਉੱਥੇ ਰਜਾ ਹੋਈ। ਉਹਨਾਂ ਨੂੰ ਸਹਾਇਤਾ ਵਜੋਂ ਮੈਂ ਕਿਹਾ, ਕਾਰਡ ਉਹਨਾਂ ਦਾ ਬਣਾ ਦਿੱਤਾ ਭੈਣੀ ਸਾਹਿਬ ਦੇ ਖਾਤੇ ਵਿੱਚੋਂ। ਹੋਰ ਵੀ ਸਾਰੀ ਜੋ ਕੁਝ ਵੀ ਡਾਕਟਰਾਂ ਨੂੰ ਆਖਣਾ ਸੀ ਆਖਿਆ। ਤੇ ਸੱਚੇ ਪਾਤਸ਼ਾਹ ਕੇ ਸ਼ਾਮ ਫਿਰ ਮੈਂ ਅਰਜ਼ ਕੀਤੀ ਗਈ ਨਾ, ਆਪ ਜੀ ਨੇ ਕਿਰਪਾ ਕੀਤੀ ਵੀ ਉਹ ਲੱਭ ਪਏ। ਜਦੋਂ ਮੈਂ ਸ਼ਾਮ ਨੂੰ ਫਿਰ ਗਿਆ ਤੇ ਉਹ ਜਿਹੜੀ ਲੜਕੀ ਸੀ ਨਾ ਉਹ ਚੜ੍ਹਾਈ ਕਰ ਗਈ। ਹਾਂਜੀ, ਦੂਸਰੀ ਵੀ ਚੜ੍ਹਾਈ ਕਰ ਗਈ। ਚੜ੍ਹਾਈ ਕੀਤੀ ਤੇ ਡਾਕਟਰ ਸਾਹਿਬ ਨੂੰ ਮੈਂ ਜਾ ਕੇ ਦੱਸਿਆ। ਮੈਂ ਕਿਹਾ ਸੱਚੇ ਪਾਤਸ਼ਾਹ ਇਸ ਤਰ੍ਹਾਂ ਹੁਕਮ ਮੈਨੂੰ ਕੀਤਾ ਤੇ ਇਹਨਾਂ ਦੀ ਮਦਦ ਕਰਨੀ ਆ। ਕਹਿੰਦੇ ਵੀ ਉਹ ਚੜ੍ਹਾਈ ਤੇ ਕਰ ਗਈ ਆ, ਪਰ ਉਹਨਾਂ ਦਾ ਬਿੱਲ ਆਇਆ 9700 ਰੁਪਈਆ। ਸੱਚੇ ਪਾਤਸ਼ਾਹ ਹੁਕਮ ਕਰਤਾ ਕਿ ਉਹ 9700 ਰੁਪਈਆ ਜਿਹੜਾ ਬਿੱਲ ਬਣਿਆ ਤੂੰ ਤਾਰ ਦੇ। ਡਾਕਟਰ ਖੁਰਾਣਾ ਜੀ ਕੋਲ ਬਿੱਲ ਚਲੇ ਗਿਆ, ਜਿਹੜੇ ਮੈਡੀਕਲ ਸੁਪਰਡੈਂਟ ਨੇ ਉੱਥੇ। ਉਹਨਾਂ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਨਾ ਤੇ ਅਸੀਂ ਇਹ ਬਿੱਲ ਨਹੀਂ ਲੈਣਾ। ਮੈਂ ਸੱਚੇ ਪਾਤਸ਼ਾਹ ਅਰਜ਼ ਕੀਤੀ, ਮੈਂ ਕਿਹਾ ਉਹ ਬਿੱਲ ਨਹੀਂ ਲੈਂਦੇ। ਕਹਿੰਦੇ ਅਸੀਂ ਜ਼ਰੂਰ ਦੇਣਾ ਆ ਥੋੜ੍ਹਾ ਬਹੁਤ। ਫਿਰ 2400 ਰੁਪਈਆ ਨਾ 2700 ਰੁਪਈਆ, 9700 ਸੀ ਨਾ, 2700 ਰੁਪਈਆ ਫਿਰ ਉੱਥੇ ਪੇ ਕੀਤਾ ਸੀ।
ਮਤਲਬ ਸੱਚੇ ਪਾਤਸ਼ਾਹ ਹਰ ਪੱਖ ਤੋਂ ਫਿਰ ਉਹ ਨਾਮਧਾਰੀ ਨਹੀਂ ਸਨ ਨਿਕਲੇ, ਲੇਕਿਨ ਉਹਨਾਂ ਦੇ ਦਾਦੇ ਪੜਦਾਦੇ ਨਾਮਧਾਰੀ ਸਨ। ਇੱਕ ਮੇਰਾ ਕਾਰਡ ਕਿਤੇ ਵੇਖ ਲਿਆ ਉੱਥੇ ਦਰਸ਼ਨ ਸਿੰਘ ਨਾਮਧਾਰੀ ਕਰਕੇ, ਉਹ ਡਾਕਟਰਾਂ ਨੇ ਦੱਸ ਦਿੱਤਾ ਵੀ ਉਹ ਆਉਂਦੇ ਨੇ ਰੋਜ਼ ਇੱਥੇ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਹੁਕਮ ਮੁਤਾਬਕ ਉਹ ਇਲਾਜ ਕਰਾਉਂਦੇ ਨੇ, ਉਹ ਤੁਹਾਡੀ ਮਦਦ ਕਰ ਸਕਦੇ ਨੇ। ਟੈਲੀਫੋਨ ਨੰਬਰ ਲੈ ਕੇ ਤੇ ਉਹਨੇ ਮੈਨੂੰ ਫੋਨ ਕਰਤਾ। ਉੱਥੋਂ ਅੱਗੋਂ ਫਿਰ ਸਾਰਾ ਮਤਲਬ ਸੱਚੇ ਪਾਤਸ਼ਾਹ ਥੋੜ੍ਹੀ ਜਿਹੀ ਵੀ ਕਿਸੇ ਦੀ ਕੋਈ ਮਦਦ ਇਹ ਨਹੀਂ ਹੈਗਾ ਵੀ ਰੀਝ ਨਾ, ਔਰ ਬੜੇ ਅੰਦਰੋਂ ਹੋ ਕੇ ਖਿੱਚ ਦੇ ਨਾਲ ਕਰਵਾਉਂਦੇ ਨੇ ਸਾਰੀ ਸਾਧ ਸੰਗਤ ਕੋਲੋਂ। ਉਹ ਇਸ ਕਰਕੇ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਬਹੁਤ ਪੱਖੀ ਸ਼ਖਸੀਅਤ, ਇਹ ਮੈਂ ਤੇ ਇੱਕੋ ਸ਼ਖਸੀਅਤ ਦੇਖ ਕੇ ਹੈਰਾਨ ਹਾਂ ਸੱਚੇ ਪਾਤਸ਼ਾਹ ਦੀ। ਤਾਂ ਬਾਕੀ ਦੇ ਕਵੀ ਜੀ ਨੇ ਦੱਸਿਆ ਇਹ ਤਾਂ ਅਥਾਹ ਸਮੁੰਦਰ ਹੈ। ਕਿਰਪਾ ਕਰੇ ਸੱਚੇ ਪਾਤਸ਼ਾਹ ਇਸੇ ਤਰੀਕੇ ਨਾਲ ਹੀ ਸਾਡੇ ਸਿਰ ਤੇ ਹੱਥ ਰੱਖੇ ਤੇ ਸਾਨੂੰ ਸਮਰਥ ਬਖਸ਼ੇ, ਤੰਦਰੁਸਤੀ ਬਖਸ਼ੇ, ਕਿਰਪਾ ਕਰੇ ਸਭ ਨੂੰ। ਬੀਬੀ ਸੁਰਿੰਦਰ ਕੌਰ ਖਰਲ, ਉਹਨਾਂ ਨੂੰ ਬੇਨਤੀ ਕਰਾਂਗਾ ਉਹ ਆਪਣੇ ਵਿਚਾਰ ਰੱਖਣ। ਸਤਿਕਾਰਯੋਗ ਸਾਧ ਸੰਗਤ ਜੀ, ਵਰਤਮਾਨ ਸੀ ਸਤਿਗੁਰੂ ਜੀ ਬੇਅੰਤ ਹਨ ਤੇ ਉਹਨਾਂ ਦੀ ਬੇਅੰਤ ਦਾ ਅਸੀਂ ਵਰਣਨ ਨਹੀਂ ਕਰ ਸਕਦੇ। ਇੱਥੇ ਖੜ ਕੇ ਅਸੀਂ ਸਿਰਫ ਕਿਣਕਾ ਕੁ ਮਾਤਰ ਹੀ ਗੱਲ ਕਰ ਸਕਦੇ ਹਾਂ। ਬਾਗਬਾਨੀ, ਸੰਗੀਤ, ਖੇਡਾਂ, ਵਿੱਦਿਆ, ਲੰਗਰ, ਇਤਿਹਾਸਕ ਸਥਾਨਾਂ ਦੀ ਸੰਭਾਲ, ਬਿਰਧਸ਼ਾਲਾ ਸਾਹਿਤ, ਇਸਤਰੀ ਜਾਤੀ ਪ੍ਰਤੀ, ਬੱਚਿਆਂ ਪ੍ਰਤੀ, ਦੇਸ਼ ਭਗਤੀ, ਨਾਮ ਸਿਮਰਨ ਤੇ ਪਾਠਾਂ ਦੇ ਭੋਗ, ਮੇਲੇ ਤੇ ਸ਼ਤਾਬਦੀਆਂ, ਵਿਸ਼ਵ ਸ਼ਾਂਤੀ ਲਈ ਯਤਨ, ਬਿਮਾਰਾਂ ਦੇ ਇਲਾਜ ਕਰਾਉਣੇ, ਵਿਦਿਅਕ ਸੰਮੇਲਨ ਕਰਾਉਣੇ, ਸ਼ਹੀਦਾਂ ਦੀਆਂ ਯਾਦਗਾਰਾਂ ਮਨਾਉਣੀਆਂ। ਗੱਲ ਕੀ ਕਿਸੇ ਵੀ ਪੱਖ ਨੂੰ ਵੇਖ ਲਓ, ਸਭ ਪਾਸੇ ਬੜੀ ਤੇਜ਼ੀ ਨਾਲ ਕੰਮ ਹੋ ਰਹੇ ਹਨ। ਕਵੀ ਜੀ ਨੇ ਸ਼ਾਇਦ ਵਿਸ਼ਵ ਸ਼ਾਂਤੀ ਲਈ ਯਤਨਾਂ ਬਾਰੇ ਨਹੀਂ ਕੋਈ ਗੱਲ ਕੀਤੀ, ਨੋਟ ਕਰ ਲੈਣ। ਮੈਂ ਵਰਤਮਾਨ ਸੀ ਸਤਿਗੁਰੂ ਜੀ ਦੀ ਜੀਵਨੀ ਸ਼ੁਰੂ ਕੀਤੀ ਤੇ ਸਭ ਤੋਂ ਪਹਿਲਾਂ ਉਸ ਦੇ ਹੈਡਿੰਗਸ ਲਿਖੇ। ਜਦੋਂ ਹੈਡਿੰਗਸ ਲਿਖੇ ਤਾਂ 30-32 ਕੁ ਬਣੇ। ਮੈਂ ਸੱਚੇ ਪਾਤਸ਼ਾਹ ਜੀ ਨੂੰ ਦਿਖਾਏ ਤਾਂ ਬਚਨ ਹੋਇਆ ਬਸ ਇੰਨੇ ਕੀ। ਉਸ ਤੋਂ ਬਾਅਦ ਮੈਂ ਸੋਚਣ ਲੱਗੀ ਤਾਂ ਯਤਨ ਕਰਦੇ ਕਰਦੇ ਹੁਣ ਉਹ 55 ਹੈਡਿੰਗਸ ਬਣ ਗਏ ਨੇ ਉਹਦੇ। ਅਜੇ ਵੀ ਲੱਗਦਾ ਕਿ ਜਿਵੇਂ ਅਸੀਂ ਕੁਛ ਨਹੀਂ ਦੱਸ ਸਕੇ ਹਾਂ, ਕੁਛ ਨਹੀਂ ਲਿਖ ਸਕੇ ਹਾਂ। ਮੈਂ ਇਸਤਰੀ ਹੋਣ ਦੇ ਨਾਤੇ ਥੋੜ੍ਹੀ ਜਿਹੀ ਗੱਲ ਇਸਤਰੀਆਂ ਬਾਰੇ ਹੀ ਕਰਾਂਗੀ ਕਿਉਂਕਿ ਇਹ ਰਹਿ ਗਈ ਸੀ। ਵਰਤਮਾਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਨੇ ਅੱਜ ਦੇ ਯੁੱਗ ਦੀ ਲੋੜ ਵੇਖਦਿਆਂ ਇਸਤਰੀਆਂ ਦੇ ਸਨਮਾਨ ਦੀ ਪੁਰਾਤਨ ਪ੍ਰਥਾ ਨੂੰ ਕਿਤੇ ਅਗਾਂਹ ਲੈ ਗਏ ਹਨ। ਇਹ ਅਸੀਂ ਵੇਖ ਤੇ ਮਹਿਸੂਸ ਕਰ ਰਹੇ ਹਾਂ। ਸ਼੍ਰੀ ਸਤਿਗੁਰੂ ਜੀ ਦੀ ਕਿਰਪਾ ਹੈ, ਅੱਜ ਨਾਮਧਾਰੀ ਕੁੜੀਆਂ ਪੜ੍ਹ ਲਿਖ ਰਹੀਆਂ ਹਨ। ਸੰਗੀਤਕਾਰ, ਲੇਖਕ, ਡਾਕਟਰ, ਪ੍ਰੋਫੈਸਰ, ਵਕੀਲ, ਇੰਜੀਨੀਅਰ, ਪਾਇਲਟ, ਗੱਲ ਕੀ ਕਿਸੇ ਵੀ ਪੱਖੋਂ ਪਿਛਾਂਹ ਨਹੀਂ ਰਹੀਆਂ ਹਨ। ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਬੀਬੀਆਂ ਜਿੰਨਾ ਮਰਜ਼ੀ ਪੜ੍ਹਨ, ਪਰ ਉਹਨਾਂ ਦੇ ਉੱਤੇ ਉਸ ਪੜ੍ਹਾਈ ਦੀ ਸੱਭਿਅਤਾ ਦਾ ਬਿਲਕੁਲ ਅਸਰ ਨਹੀਂ ਹੋਣਾ ਚਾਹੀਦਾ। ਉਹ ਆਪਣੇ ਗੁਰਮਤਿ ਦੇ ਪੈਰਾਂ 'ਤੇ ਖੜੋਣ। ਇਸ ਦੇ ਨਾਲ ਹੀ ਇਹ ਵੀ ਹੁਕਮ ਕੀਤਾ ਹੈ, ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਪ੍ਰਤਾਰੇ। ਇਸਤਰੀ ਆਪਣੇ ਪਤੀ ਦੇ ਸਹਿਯੋਗ ਤੇ ਸਾਥ ਨਾਲ ਹਰ ਖੇਤਰ ਵਿੱਚ ਕੰਮ ਕਰ ਸਕਦੀਆਂ ਹਨ, ਚਾਹੇ ਉਹ ਧਾਰਮਿਕ ਹੋਵੇ ਜਾਂ ਸਮਾਜਿਕ ਜਾਂ ਰਾਜਨੀਤਿਕ। ਇਸਤਰੀ ਇੱਕ ਅਲੌਕਿਕ ਸ਼ਕਤੀ ਦਾ ਰੂਪ ਹੈ, ਪਰ ਉਹ ਇਸ ਸ਼ਕਤੀ ਨੂੰ ਪਹਿਚਾਣੇ ਤੇ ਆਪਣੇ ਸੀਮਤ ਅਧਿਕਾਰਾਂ ਦੇ ਦਾਇਰੇ ਵਿੱਚ ਰਹਿ ਕੇ ਉਸ ਦੀ ਵਰਤੋਂ ਕਰੇ। ਕੋਈ ਵੀ ਕੌਮ ਤਰੱਕੀ ਦੀਆਂ ਮੰਜ਼ਿਲਾਂ ਤਾਂ ਹੀ ਤੈਅ ਕਰ ਸਕਦੀ ਹੈ ਜੇ ਉਸ ਕੌਮ ਦੀਆਂ ਇਸਤਰੀਆਂ ਸਿਆਣੀਆਂ, ਦੂਰਅੰਦੇਸ਼, ਅਗਾਂਹ-ਵਧੂ ਤੇ ਚੇਤਨ ਹੋਣ। ਚੰਗੀਆਂ ਮਾਵਾਂ ਹੀ ਚੰਗੀ ਕੌਮ ਸਿਰਜ ਸਕਦੀਆਂ ਹਨ। ਇਸਤਰੀ ਦੀ ਜਾਗਰਤੀ ਇੱਕ ਤਰ੍ਹਾਂ ਨਾਲ ਪੂਰੀ ਕੌਮ ਦੀ ਜਾਗਰਤੀ ਹੁੰਦੀ ਹੈ। ਮਾਂ ਆਪਣੇ ਬੱਚੇ ਨੂੰ ਜਿਹਾ ਜਿਹਾ ਮਰਜ਼ੀ ਬਣਾ ਸਕਦੀ ਹੈ। ਮਾਵਾਂ ਦੇ ਪਾਏ ਸੰਸਕਾਰ ਸਾਰੀ ਉਮਰ ਬੱਚਿਆਂ ਦੇ ਨਾਲ ਰਹਿੰਦੇ ਹਨ ਤੇ ਸ੍ਰੀ ਸਤਿਗੁਰੂ ਜੀ ਨੇ ਇਸਤਰੀਆਂ ਨੂੰ ਸਿੰਘਾਂ ਦੇ ਬਰਾਬਰ ਮੌਕੇ ਦੇ ਕੇ, ਉੱਨਤੀ ਕਰਨ ਦੇ ਮੌਕੇ ਦੇ ਕੇ ਸਾਨੂੰ ਬਹੁਤ ਸ਼ੁਕਰਗੁਜ਼ਾਰ ਬਣਾਇਆ ਹੈ। ਅਸੀਂ ਬਹੁਤ ਬਹੁਤ ਸੱਚੇ ਪਾਤਸ਼ਾਹ ਦੇ ਸ਼ੁਕਰਗੁਜ਼ਾਰ ਹਾਂ। ਸਤਿ ਸ਼੍ਰੀ ਅਕਾਲ।